प्लीज प्लीज पंखा ले लिया यार मैंने बुला के सभी को यार। सर मैं मर गया यार। मैं मैंने दे दो दे दो ਤਾਂ ਤੁਹਾਡੇ ਚੀਫ ਮਿਨਿਸਟਰ ਨੇ ਉਹ ਕੇਸ ਵਿਡਰਾ ਕਰਕੇ ਤੁਹਾਡੀ ਤਬਾਹੀ ਲਿਆਂਦੀ ਹੈ ਔਰ ਰਿਟਨ ਐਗਰੀਮੈਂਟ ਕੀਤਾ, ਫੈਸਲਾ ਆਉਣ ਨਹੀਂ ਦਿੱਤਾ। ਜਿਹੜਾ ਫੈਸਲਾ ਆਉਣਾ ਸੀ 78 79 80 ਕਲੌਜ਼ਸ ਤਿੰਨੇ ਟੁੱਟ ਜਾਣੀਆਂ ਸੀ। ਉਹ ਪੰਜਾਬ ਦੇ ਹੱਕ ਵਿੱਚ ਫੈਸਲਾ ਆ ਰਿਹਾ ਸੀ। ਉਸਨੇ ਆਪ ਰਿਟਨ ਡਾਕੂਮੈਂਟ ਆ ਉਹ 9ਵੀਂ ਮੱਧ ਵੈਰੀ ਕਲੀਅਰਲੀ ਉਹਨੇ ਲਿਖ ਕੇ ਦਿੱਤਾ ਵੀ ਅਸੀਂ ਤੁਹਾਨੂੰ SYL ਪੱਟ ਕੇ ਦੇਵਾਂਗੇ ਵਿਸਾਖੀ 1986 ਤੱਕ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 1984 ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਮਤਲਬ ਸਾਨੂੰ ਇਸ ਦੇ ਉੱਤੇ ਬੇਇਨਸਾਫੀ ਹੋਈ ਆ। ਤਾਂ ਉਸ ਵੇਲੇ ਚੀਫ ਜਸਟਿਸ ਸੀ ਪੰਜਾਬ ਦਾ SS ਸੰਧਾਵਾਲੀਆ। ਉਸਨੇ ਉਹਦੀ ਪ੍ਰੀਲਿਮਿਨਰੀ ਹੀਅਰਿੰਗ ਕੀਤੀ। ਉਸ ਤੋਂ ਬਾਅਦ ਉਹਨੇ ਕੰਸਟੀਟਿਊਟ ਕੀਤਾ ਬੈਂਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਔਰ ਆਪ ਉਸਨੇ ਪ੍ਰੈਜ਼ਾਈਡਿੰਗ ਓਵਰ ਬਣਨਾ ਸੀ। ਉਸ 2 ਛੁੱਟੀਆਂ ਆ ਗਈਆਂ ਵਿੱਚ। ਉਹਨਾਂ 2 ਛੁੱਟੀਆਂ ਦੇ ਵਿੱਚ ਦੇਖੋ ਕੈਸੀ ਤਰਾਸਦੀ ਆ, ਦੇਖੋ ਕੈਸੀ ਟ੍ਰੈਜੇਡੀ ਆ, ਦੇਖੋ ਕੈਸੀ ਬਿਟਰੇਲ ਆ ਕਿ ਉਹਨਾਂ 2 ਛੁੱਟੀਆਂ ਵਿੱਚ SS ਸੰਧਾਵਾਲੀਆ ਦੀ ਟ੍ਰਾਂਸਫਰ ਕਰਤੀ ਪੰਜਾਬ ਦੇ ਵਿੱਚ। ਔਰ ਉਸ ਤੋਂ ਬਾਅਦ ਕੀ ਹੋਇਆ, ਉਸੇ ਦੌਰਾਨ ਦੇ ਵਿੱਚ ਜਿਹੜਾ ਅਟਾਰਨੀ ਜਨਰਲ ਸੀ ਪੰਜਾਬ ਇੰਡੀਆ ਦਾ, ਉਸਨੇ ਇੱਕ ਓਰਲ ਸਟੇਟਮੈਂਟ ਦਿੱਤੀ ਟੂ ਦੀ ਸੁਪਰੀਮ ਕੋਰਟ ਕਿ ਇਹ ਬਹੁਤ ਵੱਡਾ ਮਸਲਾ ਹੈ ਵੀ ਸੁਪਰੀਮ ਕੋਰਟ ਇਹ ਸਾਰੇ ਦਾ ਸਾਰਾ ਜਿਹੜਾ ਝਗੜਾ ਹੈ, ਸਾਰੇ ਦਾ ਸਾਰਾ ਜਿਹੜਾ ਮਸਲਾ ਹੈ ਉਹ ਆਪਣੇ ਕੋਲ ਲੈ ਜਾਵੇ, ਉਸ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੱਥੋਂ ਖੋਹ ਲਿੱਤਾ ਜਾਵੇ, ਆਪਣੇ ਕੋਲ ਕੰਟਰੋਲ 'ਚ ਲੈ ਕੇ ਆਪ ਫੈਸਲਾ ਕੀਤਾ ਜਾਵੇ। ਦੇਖੋ ਕਿਹੜੀ ਜੁਡੀਸ਼ਰੀ, ਕਿਹੜਾ ਇਸ ਮੁਲਕ ਦਾ ਸਿਸਟਮ ਆ ਜਿਸ ਦੇ ਓਰਲ ਸਟੇਟਮੈਂਟ ਦੇ ਨਾਲ ਉਹ ਕੇਸ ਜਿਹੜਾ ਸੁਪਰੀਮ ਕੋਰਟ ਨੇ ਲੈ ਲਿਆ। ਅੱਜ ਤੱਕ ਉਸ ਦੇ ਉੱਤੇ ਕੋਈ ਫੈਸਲਾ ਨਹੀਂ ਕੀਤਾ। ਦੈਟ ਇਜ਼ ਸਟਿਲ ਪੈਂਡਿੰਗ। ਔਰ ਉਸ ਦੇ ਉੱਤੇ 2 ਚੀਜ਼ਾਂ ਹੋਰ ਮੜ ਦਿੱਤੀਆਂ, ਐਗਰੀਮੈਂਟ 1981 ਦਾ, ਇਸੇ ਤਰੀਕੇ ਦੇ ਨਾਲ ਆ ਜਿਹੜਾ ਰਾਜੀਵ ਲੌਂਗੋਵਾਲ ਅਕਾਰਡ। ਮੈਂ ਇਸ ਕੇਸ ਦੇ ਵਿੱਚ ਡੇ 1 ਤੋਂ ਇਨਵੋਲਵਡ ਆ। SM ਸੀਕਰੀ ਇੰਡੀਆ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀ, ਉਹ ਪੰਜਾਬ ਦੇ ਰਹਿਣ ਵਾਲੇ ਸੀ। ਉਹਨਾਂ ਨੂੰ ਅਸੀਂ ਇਹ ਕੇਸ ਰੈਫਰ ਕੀਤਾ ਵੀ ਦੱਸੋ ਇਸ ਦੇ ਵਿੱਚ। ਉਹਨਾਂ ਨੇ ਕਲੀਅਰਲੀ ਲਿਖ ਕੇ ਦਿੱਤਾ, ਰਿਟਨ ਦਿੱਤਾ। ਉਹ ਰਿਟਨ ਮੇਰੇ ਕੋਲ ਆ, ਮੇਰੀ ਆਪਣੀ ਕਿਤਾਬ ਦੇ ਵਿੱਚ ਉਹ ਕੋਟ ਕੀਤਾ ਹੋਇਆ। ਉਹਨਾਂ ਨੇ ਕਿਹਾ ਵੀ ਇਹ ਪੰਜਾਬ ਦੇ ਅਧਿਕਾਰ ਖੇਤਰ ਦੇ ਵਿੱਚ ਹੋਏਗਾ, ਕੋਈ ਵੀ ਜਿਹੜਾ ਸੁਪਰੀਮ ਕੋਰਟ ਆ ਇਸ ਨੂੰ ਬਦਲ ਨਹੀਂ ਸਕਦਾ। प्लीज प्लीज पंखा ले लिया यार मैंने बुला के सभी को यार। सर मैं मर गया यार। मैं मैंने दे दो ਜੇ ਮੈਨੂੰ ਸਪਸ਼ਟ ਲਫ਼ਜ਼ਾਂ 'ਚ ਇੱਕ ਸੈਂਟੈਂਸ ਕਹਿਣਾ ਹੋਵੇ ਤੇ ਸਾਰੇ ਹੀ ਦੋਸ਼ੀ ਹੈ, ਕੋਈ ਵੀ ਇਸ ਦੇ ਵਿੱਚ ਨਿਰਦੋਸ਼ ਨਹੀਂ ਹੈ। ਪਾਣੀ ਦੀ ਬਰਬਾਦੀ ਸ਼ੁਰੂ ਕੀਤੀ ਕੈਰੋਂ ਨੇ, ਪ੍ਰਤਾਪ ਸਿੰਘ ਕੈਰੋਂ ਨੇ। ਬੜਾ ਹੁਬ ਕੇ ਕਹਿੰਦਾ ਹੁੰਦਾ ਸੀ, ਦੇਖੋ ਜੀ ਅਸੀਂ ਤਾਂ ਪਾਣੀ ਰਾਜਸਥਾਨ ਨੂੰ ਦੇਤਾ, ਅਸੀਂ ਫਲਾਣੇ ਨੂੰ ਦੇਤਾ, ਤਿਮਕੇ ਨੂੰ ਦੇਤਾ। ਉਸ ਤੋਂ ਬਾਅਦ ਕੋਈ ਵੀ ਜਿਹੜਾ ਚੀਫ ਮਿਨਿਸਟਰ ਆਇਆ ਈਵਨ ਅਪ ਟਿਲ ਨਾਓ, ਉਹਦੀ ਵੀ ਮੈਂ ਤੁਹਾਨੂੰ ਕਹਾਣੀ ਸਾਰੀ ਦੱਸ ਦੂੰਗਾ। ਉਹ ਸਾਰੇ ਦੇ ਸਾਰੇ ਗੁਨਾਹਗਾਰ ਆ ਔਰ ਉਹਨਾਂ ਨੇ ਆਪਣੇ ਸਵਾਰਥ ਲਈ, ਪੈਸਾ ਬਟੋਰਨ ਲਈ ਉਹਨਾਂ ਨੇ ਪੰਜਾਬ ਦੇ ਪਾਣੀਆਂ ਨੂੰ ਬਰਬਾਦੀ ਕੀਤੀ ਆ, ਤਬਾਹੀ ਕੀਤੀ ਆ, ਲੁੱਟ ਮਚਾਈ ਆ ਉਹਦੀ। ਇਸੇ ਕਰਕੇ ਉਹਨਾਂ ਨੂੰ ਦਿੱਤਾ ਗਿਆ ਲੀਵਰੇਜ ਵੀ ਤੁਸੀਂ ਜਿੰਨਾ ਮਰਜ਼ੀ ਲੁੱਟ ਲਓ, ਪਰ ਪੰਜਾਬ ਦੇ ਪਾਣੀਆਂ ਦੀ ਜਿਹੜੀ ਗੱਲ ਹੈ ਉਸ ਦੇ ਉੱਤੇ ਤੁਸੀਂ ਉਂਗਲੀ ਨਹੀਂ ਉਠਾਉਣੀ। ਕੈਰੋਂ ਵੇਲੇ ਜਿਹੜੀ ਇਸ ਵੇਲੇ ਜਾ ਰਹੀ ਹੈ ਨਹਿਰ ਦੂਸਰੇ ਨੂੰ ਰਾਜਸਥਾਨ ਨੂੰ, ਉਹ ਕਿਹਦੇ ਵੇਲੇ ਗਈ, ਕਿਹਨੇ ਦਿੱਤੀ? ਕੈਰੋਂ ਨੇ। ਸਾਡੇ ਪੰਜਾਬ ਦੇ ਲੋਕਾਂ ਨੂੰ ਪਹਿਲੀ ਗੱਲ ਤਾਂ ਪਾਣੀ ਦਾ ਅਹਿਸਾਸ ਹੀ ਨਹੀਂ ਸੀ ਵੀ ਪਾਣੀ ਦੀ ਕੀ ਇੰਪੋਰਟੈਂਸ ਆ, ਪਾਣੀ ਦੀ ਕੀ ਕੰਟਰੀਬਿਊਸ਼ਨ ਆ, ਪਾਣੀ ਦੀ ਕੀ ਮਹੱਤਤਾ ਹੈ। ਦੂਸਰੀ ਗੱਲ, ਜੇ ਸੀ ਤਾਂ ਉਹ ਬੇਈਮਾਨ ਸੀਗੇ, ਉਹ ਦੋਸ਼ੀ ਆ ਸਾਰੇ ਇਸ ਕਟਹਿਰੇ 'ਚ ਖੜੇ ਆ। ਹੁਣ ਮੈਂ ਤੁਹਾਨੂੰ ਦੱਸਦਾ ਕਿਸ ਤਰੀਕੇ ਦੇ ਨਾਲ ਇੰਦਰਾ ਗਾਂਧੀ ਨੇ, ਮੈਂ ਸ਼ਾਰਟਕਟ ਕਰ ਰਿਹਾ, ਫਿਰ SYL ਤੇ ਆਊਂਗਾ ਕਿਉਂਕਿ ਮੁੱਦਾ SYL ਦੇ ਉੱਤੇ ਖੜਾ। ਤਾਂ ਪਹਿਲਾਂ ਅਵਾਰਡ ਦਿੱਤਾ 1975 ਦੇ ਵਿੱਚ ਇੰਦਰਾ ਗਾਂਧੀ ਨੇ। ਉਸ ਵੇਲੇ ਐਮਰਜੈਂਸੀ ਲੱਗੀ ਹੋਈ ਸੀਗੀ ਔਰ ਉਸ ਵੇਲੇ ਪੰਜਾਬ ਦਾ ਚੀਫ ਮਿਨਿਸਟਰ ਸੀ ਗਿਆਨੀ ਜ਼ੈਲ ਸਿੰਘ। ਤੋਂ ਉਸਨੇ ਉਸ ਦੇ ਉੱਤੇ ਕੋਈ ਮਤਲਬ ਮੁੱਦਾ ਨਹੀਂ ਉਠਾਇਆ। ਹੁਣ ਪਹਿਲਾਂ ਤਾਂ ਦੱਸੀਏ ਪਾਣੀ ਦਾ ਕਿਸ ਦਾ ਅਧਿਕਾਰ ਖੇਤਰ ਦੇ ਵਿੱਚ ਪਾਣੀ ਆਉਂਦਾ। ਜਿਹੜਾ ਪਾਣੀ ਆ ਉਹ ਧਰਤੀ 'ਚੋਂ ਆਉਂਦਾ, ਧਰਤੀ ਤੋਂ ਬਾਹਰ ਤਾਂ ਪਾਣੀ ਆ ਨਹੀਂ ਸਕਦਾ।
ਪਾਣੀ ਦਾ ਇਨਸੈਪਰੇਬਲ ਰਿਲੇਸ਼ਨਸ਼ਿਪ ਆ ਵਿਦ ਲੈਂਡ, ਵਿਦ ਟੈਰੀਟਰੀ, ਵਿਦ ਮਿੱਟੀ ਦੇ ਨਾਲ। ਮਿੱਟੀ ਵਿੱਚੋਂ ਹੀ ਪਾਣੀ ਆਉਣਾ, ਧਰਤੀ ਵਿੱਚੋਂ ਹੀ ਪਾਣੀ ਆਉਣਾ, ਕਿਤੇ ਅਸਮਾਨ ਤੋਂ ਪਾਣੀ ਨਹੀਂ ਆ ਸਕਦਾ। ਤੋ ਇਹ ਇੱਕ ਬੇਸਿਕ ਫੰਡਾਮੈਂਟਲ ਹੈ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਆ, ਜਿਹੜੀ ਇੰਡੀਅਨ ਪੋਲਿਟੀ ਆ, ਉਹ ਦੋ ਹਿੱਸਿਆਂ 'ਚ ਵੰਡੀ ਹੋਈ ਆ। ਇੱਕ ਤਾਂ ਹੈਗੀ ਯੂਨੀਅਨ ਟੈਰੀਟਰੀ ਸੈਂਟਰ, ਇੱਕ ਹੈਗੀ ਆ ਸਟੇਟ। ਜਿਹੜੀ ਸਟੇਟ ਦੀ ਡੈਫੀਨੇਸ਼ਨ ਆ ਉਹਦੇ 'ਚ ਲੈਂਡ ਆਉਂਦੀ ਆ, ਲੈਂਡ ਆਉਂਦੀ ਆ। ਲੈਂਡ ਤੋਂ ਬਗੈਰ ਸਟੇਟ ਹੋ ਹੀ ਨਹੀਂ ਸਕਦੀ, ਟੈਰੀਟਰੀ ਤੋਂ ਬਗੈਰ ਸਟੇਟ ਹੋ ਹੀ ਨਹੀਂ ਸਕਦੀ। ਕੀ ਆ? 4 ਇਨਗਰੀਡੀਐਂਟ ਸੋਵਰੇਨਟੀ ਹੁੰਦੀ ਆ ਕਿਸੇ ਸਟੇਟ ਦੀ, ਇਸੇ ਤਰੀਕੇ ਦੇ ਨਾਲ ਪਾਪੂਲੇਸ਼ਨ ਹੁੰਦੀ ਆ, ਗਵਰਨਮੈਂਟ ਹੁੰਦੀ ਆ, ਤੇ ਲੈਂਡ ਹੁੰਦੀ ਆ। ਆ 4 ਚੀਜ਼ਾਂ ਕੰਸਟੀਟਿਊਟ ਕਰਦੀਆਂ ਪੋਲੀਟੀਕਲ ਸਾਇੰਸ ਦੇ ਵਿੱਚ ਸਟੇਟ ਨੂੰ। ਇਹਨਾਂ 4ਾਂ ਵਿੱਚੋਂ ਕੋਈ ਵੀ ਚੀਜ਼ ਨਹੀਂ ਹੋ ਸਕਦੀ ਤਾਂ ਉਹ ਸਟੇਟ ਕੰਪਲੀਟ ਨਹੀਂ। ਜਿਹੜੀ ਯੂਨੀਅਨ ਟੈਰੀਟਰੀ ਆ, ਸੈਂਟਰਲ ਗਵਰਨਮੈਂਟ ਆ, ਉਹਨਾਂ ਕੋਲ ਗਵਰਨਮੈਂਟ ਹੈ, ਇੱਕ ਇਨਗਰੀਡੀਐਂਟ ਹੈ, ਲੇਕਿਨ ਉਹਨਾਂ ਕੋਲ ਲੈਂਡ ਨਹੀਂ, ਉਹਨਾਂ ਕੋਲ ਟੈਰੀਟਰੀ ਨਹੀਂ ਹੈ। ਇਸ ਕਰਕੇ ਉਹ ਮਤਲਬ ਇੰਡੀਅਨ ਪੋਲਿਟੀ ਦੇ ਵਿੱਚ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਪਾਣੀਆਂ ਦੇ ਮਤਲਬ ਉਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਫਿਰ ਸਟੇਟ ਲਿਸਟ ਆ, ਵੰਡੀ ਵੀ ਆ। ਇੰਡੀਅਨ ਜਿਹੜੀ ਪੋਲਿਟੀ ਆ, ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਉਹਦੇ 2 ਸੈਗਮੈਂਟ ਆ, 2 ਪੋਲਿਟੀ, ਇੱਕ ਸੈਂਟਰ ਆ, ਇੱਕ ਸਟੇਟ ਆ। ਸਟੇਟ ਦੀ ਆਈਟਮ 17 ਦੇ ਵਿੱਚ ਜਿਹੜੀ ਲੈਂਡ ਆ, ਇਟਸ ਅ ਪਾਰਟ ਆਫ ਦੀ ਸਟੇਟ ਸੋਵਰੇਨਟੀ, ਸਟੇਟ ਦੀ ਹੈ ਲੈਂਡ ਦੇ ਉੱਤੇ। ਜੇ ਲੈਂਡ ਦੇ ਉੱਤੇ ਸਟੇਟ ਦੀ ਸੋਵਰੇਨਟੀ ਆ ਤਾਂ ਕੁਦਰਤੀ ਤੌਰ ਤੇ ਆਟੋਮੈਟਿਕਲੀ ਪਾਣੀ ਆ ਜਿਹੜਾ ਉਹ ਸਟੇਟ ਦੇ ਅਧਿਕਾਰ ਖੇਤਰ 'ਚ ਆਉਂਦਾ। ਆਈਟਮ 17 ਜਿਹੜੀ ਸਟੇਟ ਲਿਸਟ ਹੈ ਉਸ ਦੇ ਮੁਤਾਬਕ। ਹੁਣ ਇਸ ਤੋਂ ਇਲਾਵਾ ਵੀ ਜੇ ਤੁਸੀਂ ਕਨਸਟੀਟਿਊਸ਼ਨ ਨੂੰ ਹੋਰ ਅੱਗੇ ਖੋਲ ਕੇ ਦੇਖੋਗੇ ਤਾਂ 2 ਆਰਟੀਕਲਸ ਹੈਗੇ, 162 ਤੇ ਇੱਕ ਹੈਗਾ 246 ਬ੍ਰੈਕਟ ਦੇ ਵਿੱਚ 3। ਇਹਨਾਂ ਤਿੰਨਾਂ ਦੇ ਆਰਟੀਕਲ, ਇਹਨਾਂ ਦੋਨਾਂ ਆਰਟੀਕਲ ਦੇ ਵਿੱਚ ਸਟੇਟ ਦੀ ਜਿਹੜੀ ਲੈਜਿਸਲੇਚਰ ਆ, ਸਟੇਟ ਦੀ ਜਿਹੜੀ ਐਗਜ਼ੀਕਿਊਟਿਵ ਆ, ਉਹਦੀ ਫੁੱਲ ਅਥਾਰਟੀ ਆ ਪਾਣੀਆਂ ਦੇ ਉੱਤੇ। ਸਟੇਟ ਜਿਹਨੂੰ ਮਰਜ਼ੀ ਚਾਹੇ ਪਾਣੀ ਦੇਵੇ, ਜਿਹਨੂੰ ਨਾ ਦੇਵੇ, ਟੋਟਲ ਸੋਵਰੇਨਟੀ ਸਟੇਟ ਦੀ ਇਹਨਾਂ ਦੋਨਾਂ ਜਿਹੜੇ ਆਰਟੀਕਲਸ ਆ ਉਹਦੇ ਮੁਤਾਬਕ ਸਟੇਟ ਦੇ ਕੰਟਰੋਲ ਦੇ ਵਿੱਚ ਆ। ਸੈਂਟਰ ਦਾ ਇਹਦੇ ਤੇ ਕੋਈ ਮਤਲਬ ਹੀ ਕੋਈ ਨਹੀਂ। ਹੁਣ ਜਦੋਂ ਇੰਡੀਅਨ ਕਨਸਟੀਟਿਊਸ਼ਨ ਬਣਿਆ, ਉਸ ਕਨਸਟੀਟਿਊਸ਼ਨ ਦੇ ਵਿੱਚ ਤਾਂ ਮਤਲਬ ਲੋਕ ਉਸ ਵੇਲੇ ਦੇ ਜਿਹੜੇ ਫਾਊਂਡਰ ਫਾਦਰ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਜਿਹੜੀ ਪਾਣੀਆਂ ਦੇ ਉੱਤੇ ਝਗੜੇ ਛਿੜਨਗੇ, ਉਹਨਾਂ ਨੂੰ ਇਸ ਗੱਲ ਦਾ ਕੌਨਸ਼ੀਅਸ ਨਹੀਂ ਸੀ। ਤਾਂ ਜਦੋਂ ਸਟੇਟਾਂ ਦੀ ਰੀਆਰਗੇਨਾਈਜੇਸ਼ਨ ਹੋਈ 1954 ਦੇ ਵਿੱਚ, ਤਾਂ ਫਿਰ ਕਾਫੀ ਝਗੜੇ ਸ਼ੁਰੂ ਹੋਣ ਲੱਗ ਗਏ। ਜਿਹੜੀਆਂ ਅਪਰ ਰਿਪੇਰੀਅਨ ਸਟੇਟਾਂ ਸੀ ਉਹ ਕਹਿੰਦੇ ਵੀ ਅਸੀਂ ਪਾਣੀ ਲੋਅਰ ਰਿਪੇਰੀਅਨ ਸਟੇਟਾਂ ਨੂੰ ਨਹੀਂ ਦੇਣਾ, ਨਿਚਲੀਆਂ ਸਟੇਟਾਂ ਨੂੰ ਨਹੀਂ ਦੇਣਾ। ਜਿਹੜੇ ਦਰਿਆ ਇੱਕ ਸੂਬੇ ਤੋਂ ਦੂਜੇ ਸੂਬੇ ਚੱਲਦੇ ਸੀ ਉਹਨਾਂ 'ਚ ਝਗੜੇ ਸ਼ੁਰੂ ਹੋ ਗਏ। ਜਿੱਥੋਂ ਤੱਕ ਸਿੰਗਲ ਸਟੇਟ ਰਿਵਰ ਸੀ ਉਹਨਾਂ ਦੇ ਵਿੱਚ ਜਿਹੜੀ ਦੂਸਰੀ ਸਟੇਟ ਦਾ ਉਹਦਾ ਤਾਂ ਅਧਿਕਾਰ ਖੇਤਰ ਇੱਕੋ ਹੀ, ਜਿਸ ਸਟੇਟ ਦੇ ਉਹ ਰਿਵਰ ਹੈ ਉਸੇ ਦੇ ਹੀ ਉਹ ਹੱਕਦਾਰ ਹੈਗੇ ਆ। ਤੋ ਉਹ ਜਦੋਂ ਝਗੜੇ ਸ਼ੁਰੂ ਹੋਏ ਤਾਂ ਇੰਡੀਅਨ ਗਵਰਨਮੈਂਟ ਨੇ ਇੱਕ ਲੈਜਿਸਲੇਚਰ ਪਾਸ ਕੀਤੀ, ਇੰਟਰਸਟੇਟ ਵਾਟਰ ਡਿਸਪਿਊਟਸ ਟ੍ਰਿਬਿਊਨਲ ਐਕਟ ਆਫ 1956, ਵੀ ਇੰਟਰਸਟੇਟ ਜਿਹੜੇ ਰਿਵਰ ਹੈ ਉਹਨਾਂ ਦੀ ਜਿਹੜੀ ਡਿਸਟ੍ਰੀਬਿਊਸ਼ਨ ਆਫ ਰਿਵਰ ਵਾਟਰਸ ਹੈਗੀ ਆ, ਉਹ ਮਤਲਬ ਇੱਕ ਟ੍ਰਿਬਿਊਨਲ ਡਿਸਾਈਡ ਕਰੇਗਾ ਔਰ ਟ੍ਰਿਬਿਊਨਲ ਦੇ ਡਿਸੀਜਨ ਦੇ ਮੁਤਾਬਕ ਉਹ ਬਾਈਂਡਿੰਗ ਹੋਏਗੀ, ਕਿਉਂਕਿ ਟ੍ਰਿਬਿਊਨਲ ਦੀ ਜਿਹੜੀ ਅਪੀਲ ਕਿਤੇ ਲਾਈ ਨਹੀਂ ਕਰਦੀ। ਤੋ ਸਾਡੇ ਉੱਤੇ ਉਹ ਐਪਲੀਕੇਬਲ ਨਹੀਂ ਸੀ ਹੋ ਸਕਦਾ। ਸਾਡੇ ਦਰਿਆ ਸਾਡੇ ਦਰਿਆ 3 ਦਰਿਆ ਹੈਗੇ ਆ, ਮਤਲਬ ਜਿਹੜੇ ਦੂਜੇ 3 ਦਰਿਆ ਉੱਪਰ ਵਾਲੇ ਜੇਹਲਮ, ਚਨਾਬ ਤੇ ਇੰਡਸ ਜਿਹੜਾ ਦਰਿਆ ਹੈ ਸਿੰਧ, ਉਹ ਤਿੰਨੇ ਦੇ ਤਿੰਨੇ ਜਿਹੜੇ ਦਰਿਆ ਸੋ ਪਾਕਿਸਤਾਨ ਦੀ ਸੋਵਰੇਨਟੀ 'ਚ ਜਾਂਦੇ ਆ। ਸਾਡੇ ਤਿੰਨੇ ਦਰਿਆ ਰਾਵੀ, ਬਿਆਸ ਤੇ ਸਤਲੁਜ ਆ, ਉਹ ਸਾਡੀ ਸੋਵਰੇਨਟੀ ਆ, ਪੰਜਾਬ ਦੀ ਸੋਵਰੇਨਟੀ ਹੈ। ਤੋ ਇਹ ਡਿਵੀਜ਼ਨ ਜਿਹੜੀ ਹੋਈ ਮਤਲਬ ਮੰਨੀ ਗਈ, ਐਕਸੈਪਟਡ ਕੀਤੀ ਗਈ ਇੰਟਰਨੈਸ਼ਨਲ ਲੈਵਲ ਦੇ ਉੱਤੇ। ਤੋ ਉਸ ਤੋਂ ਬਾਅਦ ਕੀ ਹੋਇਆ ਕਿ ਚਲਾਕੀ ਦੇ ਨਾਲ, ਹੇਰਾਫੇਰੀ ਦੇ ਨਾਲ, ਮਤਲਬ ਪੰਜਾਬ ਦੇ ਇੰਟਰਸਟ ਦੇ ਵਿਰੋਧ ਦੇ ਵਿੱਚ ਬਹੁਤ ਸਾਰਾ ਪਾਣੀ ਜਿਹੜਾ ਹੈਗਾ ਉਹ ਰਾਜਸਥਾਨ ਨੂੰ ਦੇ ਦਿੱਤਾ। ਤਾਂ ਉਸ ਤੋਂ ਬਾਅਦ ਮੈਂ ਜਿਸ ਤਰ੍ਹਾਂ ਦੱਸਿਆ 1975 ਦੇ ਵਿੱਚ ਇੰਦਰਾ ਗਾਂਧੀ ਨੇ ਅਵਾਰਡ ਦਿੱਤਾ। ਉਸ ਤੋਂ ਪਹਿਲਾਂ ਕੀ ਸੀ, ਜਦੋਂ ਕੰਪੋਜ਼ਿਟ ਪੰਜਾਬ ਸੀ, ਇਕੱਠਾ ਪੰਜਾਬ ਸੀ, 1966 ਤੋਂ ਪਹਿਲਾਂ ਹਰਿਆਣਾ ਪੰਜਾਬ ਦਾ ਪਾਰਟ ਸੀ। 0.9 MAF
ਪੰਜਾਬ ਦੇ ਦਰਿਆਵਾਂ ਦਾ ਪਾਣੀ ਹਰਿਆਣੇ ਨੂੰ ਜਾਂਦਾ ਸੀ, ਕਿਉਂਕਿ ਹਰਿਆਣਾ ਵਾਜ਼ ਅ ਪਾਰਟ ਆਫ ਪੰਜਾਬ, ਕੰਪੋਜ਼ਿਟ ਪੰਜਾਬ ਸੀ। ਤਾਂ ਜਦੋਂ ਹਰਿਆਣਾ ਬਣ ਗਿਆ ਤਾਂ ਆਟੋਮੈਟਿਕਲੀ ਜਿਹੜਾ 0.9 MAF ਪਾਣੀ ਜਾਂਦਾ ਸੀ ਉਹਦਾ ਕੋਈ ਅਧਿਕਾਰ ਨਹੀਂ ਰਿਹਾ। ਕਿਉਂ ਨਹੀਂ ਅਧਿਕਾਰ ਰਿਹਾ? ਜੇ ਜਮਨਾ ਦੇ ਪਾਣੀ ਐਕਸਕਲੂਸਿਵਲੀ ਹਰਿਆਣੇ ਨੂੰ ਜਾਂਦੇ ਆ ਤਾਂ ਕੁਦਰਤੀ ਤੌਰ ਤੇ ਉਹ ਜਿਹੜਾ 0.9 MAF ਪਾਣੀ ਆ ਉਹਦੇ ਤੇ ਕੋਈ ਕਿਸੇ ਕਿਸਮ ਦਾ ਅਧਿਕਾਰ ਜਿਹੜਾ ਨਹੀਂ ਹੋ ਸਕਦਾ ਸੀਗਾ ਹਰਿਆਣੇ ਦਾ। ਤਾਂ ਹੋਇਆ ਕੀ, ਦੇਖੋ ਜਿਹੜੇ ਪੰਜਾਬ ਦੇ ਤਿੰਨੇ ਦਰਿਆ, ਇਹ ਇੰਡਸ ਜਿਹੜੀ ਵੈਲੀ ਆ, ਇੰਡਸ ਬੇਸਨ ਦੇ ਦਰਿਆ। ਇਸੇ ਤਰੀਕੇ ਨਾਲ ਜਿਹੜਾ ਜਮਨਾ ਦਾ ਦਰਿਆ ਉਹ ਗੰਗਾ ਦਾ ਬੇਸਨ ਆ, ਤੇ ਦੋਨਾਂ ਬੇਸਨਾਂ ਨੂੰ, ਇੰਡਸ ਬੇਸਨ ਨੂੰ, ਸਿੰਧ ਬੇਸਨ ਨੂੰ, ਤੋਂ ਇਸੇ ਤਰੀਕੇ ਦੇ ਨਾਲ ਜਿਹੜਾ ਗੰਗਾ ਦਾ ਬੇਸਨ ਆ ਉਹਨੂੰ ਵੱਢ ਦਿੰਦਾ ਘੱਗਰ। ਘੱਗਰ ਜਦੋਂ ਜਾਂਦਾ ਤਾਂ ਉਹ ਸਿੱਧਾ ਜਾ ਕੇ ਡਰਾਈ ਹੋ ਜਾਂਦਾ ਹਰਿਆਣੇ ਦੇ ਵਿੱਚ। ਜੇ ਉਹ ਅਲਾਈਵ ਹੁੰਦਾ, ਜ਼ਿੰਦਾ ਹੁੰਦਾ, ਤਾਂ ਉਹਨੇ ਕੁਦਰਤੀ ਤੌਰ ਤੇ ਇੰਡਸ ਦੇ ਵਿੱਚ ਗਿਰਨਾ ਸੀ। ਜੇ ਉਹਨੇ ਇੰਡਸ ਗਿਰਨਾ ਸੀ ਤਾਂ ਹਰਿਆਣਾ ਨੇ ਪੰਜਾਬ ਦੇ ਦਰਿਆ ਪਾਣੀਆਂ ਦਾ ਹੱਕਦਾਰ ਬਣ ਜਾਣਾ ਸੀ। ਇਹ ਕੁਦਰਤ ਦੀ ਇੱਕ ਖੇਡ ਹੈ ਜਿਸ ਦੇ ਉੱਤੇ ਕੋਈ ਬੰਦੇ ਦਾ ਕੋਈ ਅਧਿਕਾਰ ਨਹੀਂ, ਕਿਸੇ ਦੀ ਕੋਈ ਪਲੈਨਿੰਗ ਨਹੀਂ, ਕਿਸੇ ਦੀ ਕੋਈ ਸਟ੍ਰੈਟਜੀ ਨਹੀਂ। ਪਰ ਬਾਵਜੂਦ ਇਸ ਗੱਲ ਦੇ ਪੰਜਾਬ ਦੇ ਨਾਲ ਧੱਕਾ ਕੀਤਾ ਗਿਆ, ਪੰਜਾਬ ਦੇ ਨਾਲ ਹੇਰਾਫੇਰੀ, ਜ਼ੋਰਾਜ਼ਰਬੀ ਕੀਤੀ ਗਈ, ਔਰ ਕਿਸੇ ਵੀ ਕਾਨੂੰਨ ਦੇ ਨਾਲ ਪੰਜਾਬ ਦੇ ਜਿਹੜੇ ਹੱਕ ਹੈ ਉਹਨਾਂ ਨੂੰ ਮਤਲਬ ਖਤਮ ਕੀਤਾ ਗਿਆ, ਔਰ ਕਦੇ ਅਲਾਉ ਨਹੀਂ ਕੀਤਾ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਜੁਡੀਸ਼ੀਅਲ ਜਿਹੜਾ ਡਿਸੀਜਨ ਆ ਜਾਵੇ, ਜਿਹੜਾ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਹੋਵੇ। ਇਸ ਤਰੀਕੇ ਦੇ ਨਾਲ ਤਾਂ ਜਦੋਂ ਉਹ ਅਵਾਰਡ ਆਇਆ, ਮਤਲਬ ਆਪਣੇ ਉਹਦਾ ਇੰਦਰਾ ਗਾਂਧੀ ਦਾ 1975 ਦਾ, ਉਸ ਤੇ ਪ੍ਰੋਟੈਸਟ ਹੋਇਆ। ਫਿਰ ਪ੍ਰੋਟੈਸਟ ਹੋਣ ਤੋਂ ਬਾਅਦ ਇੰਦਰਾ ਗਾਂਧੀ ਦੀ ਸਰਕਾਰ ਚਲੀ ਗਈ ਐਮਰਜੈਂਸੀ ਤੋਂ ਬਾਅਦ। ਫਿਰ ਜਦੋਂ ਜਨਤਾ ਸਰਕਾਰ ਬਣੀ, ਮੋਰਾਰਜੀ ਦੇਸਾਈ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਬਣਿਆ, ਤਾਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਉਸ ਦੇ ਕੋਲ ਗਏ, ਮੋਰਾਰਜੀ ਦੇਸਾਈ ਦੇ ਕੋਲ। ਉਹਨੂੰ ਕਹਿਣ ਲੱਗੇ ਵੀ ਦੇਖੋ, ਸਾਡੇ ਜਿਹੜੇ ਅਧਿਕਾਰ ਹੈ, ਕਨਸਟੀਟਿਊਸ਼ਨਲ ਸਾਡੇ ਰਾਈਟ ਹੈ ਓਵਰ ਆਵਰ ਰਿਵਰ ਵਾਟਰਸ, ਇਹਨਾਂ ਦੀ ਮਤਲਬ ਡਿਸਟ੍ਰੀਬਿਊਸ਼ਨ ਆ ਜਿਹੜੀ ਉਹ ਐਗਜ਼ੈਕਟਿਵ ਕਰ ਰਹੀ ਹੈ, ਜਿਹੜੀ ਬਿਲਕੁਲ ਗਲਤ ਗੱਲ ਹੈ ਸੈਂਟਰ ਕਰ ਰਿਹਾ। ਉਹ ਸਾਡਾ ਰਾਈਟ ਆ ਅਕੋਰਡਿੰਗ ਟੂ ਦੀ ਇੰਡੀਅਨ ਕਨਸਟੀਟਿਊਸ਼ਨ। ਤਾਂ ਉਹ ਸਾਨੂੰ ਮਤਲਬ ਤੁਸੀਂ ਇਹ ਕਰ ਦਿਓ ਵੀ ਸਾਰੇ ਦਾ ਸਾਰਾ ਡਿਸਪਿਊਟ ਆ, ਵਾਟਰ ਡਿਸਪਿਊਟਸ should be handed over to the Supreme Court। ਜੋ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਉਸ ਦਾ ਫੈਸਲਾ ਹੋਣਾ, ਹਿੰਦੁਸਤਾਨ ਦੇ ਕਾਨੂੰਨ ਦੇ ਮੁਤਾਬਕ ਉਹ ਫੈਸਲਾ ਸਾਨੂੰ ਮਨਜ਼ੂਰ ਹੋਏਗਾ। ਤਾਂ ਉਸ ਦੇ ਵਿੱਚ ਮੋਰਾਰਜੀ ਦੇਸਾਈ ਜਦੋਂ ਪ੍ਰਾਈਮ ਮਿਨਿਸਟਰ, ਉਹਦੇ ਪਿਛਲੇ ਪਾਸੇ ਨਕਸ਼ਾ ਹੁੰਦਾ, ਤਿੰਨੇ ਚੀਫ ਮਿਨਿਸਟਰ ਬੈਠੇ ਸੀ, ਹਰਿਆਣੇ ਦਾ ਦੇਵੀ ਲਾਲ, ਇਸੇ ਤਰੀਕੇ ਨਾਲ ਪੰਜਾਬ ਦਾ ਪ੍ਰਕਾਸ਼ ਸਿੰਘ ਬਾਦਲ, ਤੇ ਇਸੇ ਤਰੀਕੇ ਨਾਲ ਮਾਥੁਰ ਸੀਗਾ ਉੱਥੇ ਦਾ राजस्थान का। तो वो पूछने लगे मोरारजी देसाई मेरे को ये बताओ, ये पंजाब के जो दरिया हैं कहीं हरियाणा और राजस्थान को टच करते हैं? उन्होंने कहा नहीं जी। उन्होंने कहा ये नक्शा है। तो ये क्या कह रहे हैं? जो पंजाब की लीडरशिप ये कह रही है अभी जो हिंदुस्तान का कानून है उसके मुताबिक सुप्रीम कोर्ट को सारा डिस्प्यूट दे दो, जो सुप्रीम कोर्ट फैसला करे वो हमारे को मंजूर है। तो उस दे उत्ते मोरारजी देसाई ने सारा पानियां का जो डिस्प्यूट से हैंड ओवर करता टू दी सुप्रीम कोर्ट। उस तो पहला रीऑर्गेनाइजेशन हुई सी पंजाब की। रीऑर्गेनाइजेशन जो पंजाब की हुई ਉਹਦੇ ਵਿੱਚ ਚਲਾਕੀ ਨਾਲ ਬੇਈਮਾਨੀ ਨਾਲ 3 ਕਲੌਜ਼ਸ ਇੰਡਕਟ ਕਰਤੀਆਂ ਸੈਂਟਰਲ ਗਵਰਨਮੈਂਟ ਨੇ। ਕਿਹੜੀਆਂ? 78 79 80। ਜਿਹੜੀ 78 ਕਲੌਜ਼ ਹੈ 78 ਕਲੌਜ਼ ਪੰਜਾਬ ਦੇ ਦਰਿਆਈ ਪਾਣੀਆਂ ਦੀ ਡਿਸਟ੍ਰੀਬਿਊਸ਼ਨ ਦਾ ਰਾਈਟ ਜਿਹੜਾ ਕਿ ਸਟੇਟ ਦਾ ਸੋਵਰਨ ਰਾਈਟ ਹੈ ਉਹ ਉਹਨਾਂ ਨੇ ਕਿਹਾ ਵੀ ਨਹੀਂ ਇਹ ਸੈਂਟਰ ਨੇ ਆਪਣੇ ਹੱਥ 'ਚ ਲੈ ਲਿਆ। ਇਸੇ ਤਰੀਕੇ ਨਾਲ ਡਿਵੈਲਪਮੈਂਟ ਆਫ ਰਿਵਰਸ, ਕੋਈ ਤੁਸੀਂ ਨਾਲਾ ਖੋਦਣਾ, ਕੋਈ ਤੁਸੀਂ ਹੋਰ कोई चीज़ इरीगेशन पॉइंट ऑफ व्यू तो कोई ड्रेनेज करनी है वो तुसी नहीं कर सकोगे। ये राइट एक्सक्लूसिवली इंडियन कॉन्स्टिट्यूशन के मुताबिक स्टेट का राइट है, पर उन्होंने खो के सेंटर ने अपने हाथ च लै लिया। इस तरीके के नाल उन्हें तीसरी क्लॉज 80 क्लॉज रीऑर्गेनाइजेशन की 80वीं क्लॉज 80वीं क्लॉज के मुताबिक उन्होंने कहा भी जिहड़ा कंट्रोल ऑफ हैडवर्क्स आ वो पंजाब के अधिकार खेतर च नहीं होएगा।
ਉਹ ਸੈਂਟਰ ਦੇ ਅਧਿਕਾਰ ਖੇਤਰ 'ਚ ਹੋਏਗਾ। ਤੋ ਹੁਣ ਮੈਂ ਬਹੁਤੀ ਡਿਟੇਲ 'ਚ ਨਹੀਂ ਬਹੁਤੀ ਜਾਣਾ ਚਾਹੁੰਦਾ, ਜਿਸ ਤਰ੍ਹਾਂ ਭਾਖੜਾ ਮੈਨੇਜਮੈਂਟ ਬੋਰਡ ਦੇ ਉੱਤੇ ਝਗੜਾ ਚੱਲ ਰਿਹਾ, ਹੁਣ ਐਵੇਂ ਕਹੀ ਜਾਂਦੇ ਆ ਪੰਜਾਬ ਦੇ ਚੀਫ ਮਿਨਿਸਟਰ ਇਹਦੇ ਤੇ ਸਾਡਾ ਹੱਕ ਆ, ਇਹਦੇ ਤੇ ਅਸੀਂ ਤੁਹਾਡਾ ਹੱਕ ਹੈ ਹੀ ਨਹੀਂ। ਤੁਹਾਡਾ ਤੁਸੀਂ ਆਪਣਾ ਹੱਕ ਆ ਜਿਹੜਾ ਉਹ ਸਰੈਂਡਰ ਕਰ ਦਿੱਤਾ ਸੈਂਟਰਲ ਗਵਰਨਮੈਂਟ ਨੂੰ। 3 ਕਲੌਜ਼ਸ ਦੇ ਮੁਤਾਬਕ ਪੰਜਾਬ ਦੇ ਪਾਣੀਆਂ ਦੀ ਡਿਸਟ੍ਰੀਬਿਊਸ਼ਨ, ਡਿਵੈਲਪਮੈਂਟ, ਕੰਟਰੋਲ ਆਫ ਹੈਡਵਰਕਸ, 3 ਚੀਜ਼ਾਂ, ਇਹ ਤਿੰਨੇ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਪੂਰਾ ਅਧਿਕਾਰ ਖੇਤਰ ਦਿੰਦੀਆਂ ਲੈਜਿਸਲੇਟਿਵ ਤੇ ਐਗਜ਼ੈਕਟਿਵ ਪੰਜਾਬ ਦੇ ਪਾਣੀਆਂ ਦੀ, ਇਹ ਤੁਸੀਂ ਸਰੈਂਡਰ ਕਰ ਚੁੱਕੇ ਹੋ। ਤਾਂ ਉਸ ਦੇ ਉੱਤੇ ਪਾਣੀਆਂ ਦਾ ਇਹ ਸਾਰਾ ਡਿਸਪਿਊਟ ਜਿਹੜਾ ਸੀ ਮੁਰਾਰਜੀ ਦੇਸਾਈ ਨੇ ਦਿੱਤਾ ਸੈਂਟਰਲ ਗਵਰਨਮੈਂਟ ਨੂੰ, ਸੁਪਰੀਮ ਕੋਰਟ ਨੂੰ। ਸੁਪਰੀਮ ਕੋਰਟ ਨੇ ਦਾ ਫੈਸਲਾ ਆਉਣ ਵਾਲਾ ਸੀ, ਬਦਕਿਸਮਤੀ ਦੇ ਨਾਲ ਜਨਤਾ ਪਾਰਟੀ ਟੁੱਟ ਗਈ, ਜਨਤਾ ਪਾਰਟੀ ਦੀ ਸਰਕਾਰ ਟੁੱਟ ਗਈ, ਮੁਰਾਰਜੀ ਦੇਸਾਈ ਨੇ ਰੈਜ਼ਿਗਨੇਸ਼ਨ ਦਿੱਤਾ, ਫਿਰ ਇਲੈਕਸ਼ਨਾਂ ਹੋਈਆਂ ਤਾਂ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਬਣ ਗਈ। ਉਹਨੇ 8 ਸਰਕਾਰਾਂ ਡਿਸਮਿਸ ਕਰ ਦਿੱਤੀਆਂ ਨਾਲ ਦੀ ਨਾਲ, ਜਿਹਦੇ 'ਚ ਪੰਜਾਬ ਵੀ ਇੱਕੋ ਸੀ। ਤਾਂ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨਾਂ ਹੋਈਆਂ ਤਾਂ ਦਰਬਾਰਾ ਸਿੰਘ ਪੰਜਾਬ ਦਾ ਚੀਫ ਮਿਨਿਸਟਰ ਬਣ ਗਿਆ, ਨਾਲੇ ਉਹ ਬਣ ਗਿਆ ਪ੍ਰਦੇਸ਼ ਕਾਂਗਰਸ ਦਾ ਪ੍ਰੈਜ਼ੀਡੈਂਟ। ਫੈਸਲਾ ਆਉਣ ਵਾਲਾ ਸੀ ਔਰ ਫੈਸਲਾ 100% ਪੰਜਾਬ ਦੇ ਹੱਕ ਵਿੱਚ ਆਉਣਾ ਸੀ। ਔਰ ਜਿਹੜੀਆਂ 3 ਕਲਾਜ਼ਸ ਅਲਟਰਾ ਵਾਇਰਸ ਕਲਾਜ਼ਸ ਹੈਗੀਆਂ, ਅਨਕਨਸਟੀਟਿਊਸ਼ਨਲ ਗੈਰ ਵਿਧਾਨਿਕ ਜਿਹੜੀਆਂ ਕਲਾਜ਼ਸ ਹੈਗੀਆਂ 78, 79, 80, ਉਹ ਟੁੱਟ ਜਾਣੀਆਂ ਸੀ। ਲੇਕਿਨ ਕੀ ਕੀਤਾ ਇੰਦਰਾ ਗਾਂਧੀ ਨੇ, ਪ੍ਰੈਸ਼ਰ ਪਾਇਆ ਦਰਬਾਰਾ ਸਿੰਘ ਦੇ ਉੱਤੇ, ਔਰ ਉਸ ਨੇ ਪਹਿਲਾਂ ਨਾ ਨੁੱਕਰ ਕੀਤੀ, ਫਿਰ ਉਸ ਨੂੰ ਪ੍ਰੈਜ਼ੀਡੈਂਟਸ਼ਿਪ ਜਿਹੜੀ ਉਸ ਤੋਂ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤੀ। ਫਿਰ ਉਸ ਤੋਂ ਬਾਅਦ ਫਿਰ ਪ੍ਰੈਸ਼ਰ ਪਾਇਆ ਵੀ ਮੈਂ ਤੈਨੂੰ, ਉਹਨੂੰ ਡਰਾਇਆ ਵੀ ਮੈਂ ਤੈਨੂੰ ਚੀਫ ਮਿਨਿਸਟਰੀ ਤੋਂ ਕੱਢ ਦੂੰਗੀ ਜੇ ਤੂੰ ਇਹ ਐਗਰੀਮੈਂਟ ਨਹੀਂ ਕਰੇਗਾ। ਇਹ ਇੱਕ ਬਹੁਤ ਵੱਡਾ ਧੱਕਾ, ਬਹੁਤ ਵੱਡਾ ਮਤਲਬ ਬਿਟਰੇਲ ਆ ਜਿਹੜਾ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਤੋਂ ਕਰਾਇਆ। ਹੁਣ ਜਿਹੜੇ ਕਾਂਗਰਸ ਵਾਲੇ ਆ ਉਹ ਕੱਛਾ ਮਾਰ ਰਹੇ ਆ ਵੀ ਅਸੀਂ ਇੱਕ ਪਾਣੀ ਦੀ ਬੂੰਦ ਨਹੀਂ ਦਿੰਦੇ, ਤਾਂ ਤੁਹਾਡੇ ਚੀਫ ਮਿਨਿਸਟਰ ਨੇ ਉਹ ਕੇਸ ਵਿਡਰਾ ਕਰਕੇ ਤੁਹਾਡੀ ਤਬਾਹੀ ਲਿਆਂਦੀ ਹੈ ਔਰ ਰਿਟਨ ਐਗਰੀਮੈਂਟ ਕੀਤਾ, ਫੈਸਲਾ ਆਉਣ ਨਹੀਂ ਦਿੱਤਾ। ਜਿਹੜਾ ਫੈਸਲਾ ਆਉਣਾ ਸੀ 78, 79, 80 ਕਲੌਜ਼ਸ ਤਿੰਨੇ ਟੁੱਟ ਜਾਣੀਆਂ ਸੀ। ਉਹ ਪੰਜਾਬ ਦੇ ਹੱਕ ਵਿੱਚ ਫੈਸਲਾ ਆ ਰਿਹਾ ਸੀ। ਇਸੇ ਕਰਕੇ ਇੰਦਰਾ ਗਾਂਧੀ ਦਿਨ ਰਾਤ ਤੜਫਦੀ ਹੋਈ ਔਰ ਦਰਬਾਰਾ ਸਿੰਘ ਤੇ ਪ੍ਰੈਸ਼ਰ ਪਾ ਕੇ ਉਸਨੇ ਉਸ ਤੋਂ ਸਾਈਨ ਕਰਾ ਲਿਆ। ਇੱਕ ਬਹੁਤ ਵੱਡੀ ਮਤਲਬ ਬਿਟਰੇਲ ਆ ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ, ਮੈਂ ਪੰਜਾਬ ਦੀ ਗੱਲ ਹੀ ਨਹੀਂ ਇਕੱਲੀ ਕਰ ਰਿਹਾ, ਦੁਨੀਆ ਦੇ ਇਤਿਹਾਸ ਦੇ ਵਿੱਚ ਜੇ ਕਿਸੇ ਨੇ ਆਪਣਾ ਰਾਈਟ ਆਫ ਵਾਟਰ, ਸੋਵਰਨਟੀ ਆਫ ਵਾਟਰ ਬਰਬਾਦ ਕਰਾਈ ਆ ਤਾਂ ਦਿਸ ਇਜ਼ ਵਨ ਵੈਰੀ ਗ੍ਰੇਟ ਐਗਜ਼ਾਮਪਲ ਆਫ ਦਰਬਾਰਾ ਸਿੰਘ, ਜਿਨੇ 1981 ਦਾ ਐਕਟ ਐਗਰੀਮੈਂਟ ਤਿੰਨਾਂ ਨੇ ਜਦੋਂ ਐਗਰੀਮੈਂਟ ਕਰ ਲਿਆ, ਆਟੋਮੈਟਿਕਲੀ ਜਿਹੜਾ ਕੇਸ ਚੱਲਦਾ ਸੀ ਉਹਦੀ ਤਾਂ ਕੋਈ ਵੈਲਿਡਿਟੀ ਰਹੀ ਨਹੀਂ, ਉਹ ਇਨਫੈਕਚੁਅਸ ਹੋ ਗਿਆ। ਸਮਝੇ ਕਿ ਨਹੀਂ? ਇੱਕ ਬਹੁਤ ਵੱਡੀ ਤਰਾਸਦੀ ਆ, ਬਹੁਤ ਬੜੀ ਟ੍ਰੈਜਡੀ ਆ, ਇਤਨੀ ਟ੍ਰੈਜਡੀ ਆ ਜੇ ਇਹਨਾਂ ਨੂੰ ਤੁਸੀਂ ਦਿਨ ਰਾਤ ਰੋਂਦੇ ਰਹੋ, ਜਿਹੜੇ ਪਾਣੀ ਦੀ ਮਹੱਤਤਾ ਨੂੰ ਸਮਝਦੇ ਆ, ਤਾਂ ਇਹ ਧੋਤੀ ਨਹੀਂ ਜਾ ਸਕਦੀ, ਤਾਂ ਇਹ ਵਾਸ਼ ਆਫ ਨਹੀਂ ਕਰਦੀ। ਔਰ ਪੰਜਾਬ ਦੇ ਗਲ ਦੇ ਵਿੱਚ ਇਸ ਕਿਸਮ ਦੀ ਯਾਨੀ ਬਿਟਰੇਲ ਪਾਤੀ ਜਿਹਦਾ ਹੱਲ ਨਿਕਲਣਾ ਬੜਾ ਮੁਸ਼ਕਿਲ ਹੈ। ਤੋ ਉਸ ਤੋਂ ਬਾਅਦ ਉਸੇ ਦੇ ਅਧੀਨ ਇੰਦਰਾ ਗਾਂਧੀ ਨੇ ਕਿਹਾ ਵੀ ਮੈਂ SYL ਨਹਿਰ ਦਾ ਟੱਕ ਲਾਉਂਗੀ, ਔਰ ਉਹ ਟੱਕ ਵੀ ਜਿਹੜਾ SYL ਦਾ ਉਹ ਵੀ ਲਿਫਟ ਇਰੀਗੇਸ਼ਨ ਨਾਲ ਜਾਣਾ ਸੀ, ਕਿਉਂਕਿ ਪਾਣੀ ਉਹਨਾਂ ਨੇ ਜਾਣਾ ਸੀ, ਲੈਜੀਟੀਮੇਸੀ ਉਹਨਾਂ ਨੇ ਕਰਨੀ ਸੀ। ਇਸੇ ਤਰੀਕੇ ਦੇ ਨਾਲ ਹੋਰ ਐਗਰੀਮੈਂਟ ਵੀ ਕੀਤੇ ਜਿਹਦੇ ਵਿੱਚ ਉਹਨਾਂ ਨੇ ਮਤਲਬ ਉਈਓ ਸ਼ੋਅ ਕਰਤਾ, ਐਗਜ਼ੈਜਰੇਟ ਕਰਕੇ, ਵਧਾ ਚੜਾ ਕੇ। ਪਹਿਲਾਂ ਤਾਂ 16.5 MAF ਟੋਟਲ ਪਾਣੀ ਬਣਾਇਆ ਸੀ, ਫਿਰ ਉਸ ਤੋਂ ਬਾਅਦ ਉਹਨਾਂ ਨੇ 18.6 MAF ਪਾਣੀ ਬਣਾ ਦਿੱਤਾ। ਤੋ ਇਹ ਸਾਰੀ ਦੀ ਸਾਰੀ, ਔਰ ਉਹਦੇ ਵਿੱਚੋਂ 8.6 ਜਿਹੜਾ ਦਿੱਤਾ ਉਹ ਰਾਜਸਥਾਨ ਨੂੰ ਦਿੱਤਾ, 4.02 ਦਿੱਤਾ ਪੰਜਾਬ ਨੂੰ, 3.5 ਫਿਰ ਦਿੱਤਾ ਹਰਿਆਣੇ ਨੂੰ, ਔਰ ਇਸੇ ਤਰੀਕੇ ਨਾਲ 0.2 ਦੇ ਦਿੱਤਾ ਦਿੱਲੀ ਨੂੰ। ਥੀਸ ਆਰ 2 ਨਾਨ ਰਿਪੇਰੀਅਨ ਸਟੇਟਸ। ਤਿੰਨੇ ਜਿਹੜੀਆਂ ਸਟੇਟਾਂ ਹੈਗੀਆਂ, ਰਾਜਸਥਾਨ, ਦਿੱਲੀ ਤੇ ਹਰਿਆਣਾ ਜਿਹੜਾ ਹੈ, ਇਹ ਨਾਨ ਰਿਪੇਰੀਅਨ ਸਟੇਟਸ ਹੈ, ਇਹਨਾਂ ਨੂੰ ਪਾਣੀ ਦੀ ਬੂੰਦ ਨਹੀਂ ਸੀ ਜਾਣੀ ਚਾਹੀਦੀ। ਔਰ ਹੁਣ ਦੇਖੋ ਮੈਂ ਤੁਹਾਨੂੰ ਦੱਸਦਾ ਇਹਦੀ ਕੀ ਹੁੰਦੀ, ਜਿਹੜਾ ਵੀ ਜੇ ਫਰਜ਼ ਕਰੋ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਨੂੰ ਪਾਣੀ ਜਾਣਾ, ਨਾਨ ਰਿਪੇਰੀਅਨ ਸਟੇਟ ਨਹੀਂ ਪਾਣੀ ਜਾਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਜਿਹੜੇ ਦਰਿਆਵਾਂ ਦੇ ਜਿੰਨੇ ਹੜ੍ਹ ਹੁੰਦੇ ਆ, ਬਰਬਾਦੀ ਹੁੰਦੀ ਆ, ਨੁਕਸਾਨ ਹੁੰਦਾ,
ਉਹਦਾ ਕੌਣ ਝੇਲਦੇ ਆ? ਰੈਪੇਰੀਅਨ ਸਟੇਟ ਝੇਲਦੀ ਹੈ। ਤੋ ਇਸ ਕਰਕੇ ਇੱਕ ਬਹੁਤ ਵੱਡੀ ਬਿਟਰੇਲ ਤੇ ਟ੍ਰੈਜਡੀ ਹੋਈ। ਉਸ ਦੇ ਉੱਤੇ SYL ਦੇ ਉੱਤੇ ਮੋਰਚਾ ਲੱਗ ਗਿਆ, ਔਰ ਉਸ SYL ਦਾ ਜਦੋਂ ਟੱਕ ਲਾਉਣ ਆਈ ਕਾਪੂਰੀ ਦੇ ਵਿੱਚ ਇੰਦਰਾ ਗਾਂਧੀ, ਤਾਂ ਜਿਹੜਾ ਪੰਜਾਬ ਦਾ ਅਮਰਿੰਦਰ ਸਿੰਘ ਆ, ਮੈਂ ਤਾਂ ਉਹਨੂੰ ਮਹਾਰਾਜਾ ਕਹਿੰਦੇ ਨਹੀਂ ਕਦੇ, ਮਹਾਰਾਜਾ ਦੇ ਕਾਬਲੇ ਨਹੀਂ ਉਹ, ਉਸ ਬੰਦੇ ਨੇ ਨਾਲ ਟੱਕ ਲਾਇਆ ਇੰਦਰਾ ਗਾਂਧੀ ਦੇ ਟੂ ਲੈਜੀਟੀਮਾਈਜ਼ SYL। ਤੋ ਇਹ ਸਾਰੀ ਦੀ ਸਾਰੀ ਕਹਾਣੀ ਤਾਂ ਮੋਰਚਾ ਲੱਗਿਆ, ਤਬਾਹੀ ਹੋਈ, ਕਿਤਨੀ ਜ਼ਿਆਦਾ ਬਰਬਾਦੀ ਹੋਈ, ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਔਰ ਸ਼੍ਰੀ ਅਕਾਲ ਤਖਤ ਸਾਹਿਬ ਢਾਟੇਰੀ ਕਰ ਦਿੱਤਾ, ਕਿਤਨਾ ਖੂਨ ਖਰਾਬਾ ਹੋਇਆ ਔਰ ਕਿਤਨਾ ਜ਼ੁਲਮੋ ਸਿਤਮ ਹੋਇਆ ਪੰਜਾਬ ਦੇ ਲੋਕਾਂ ਨਾਲ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਰਾਜੀਵ ਲੌਂਗੋਵਾਲ ਅਕੋਰਡ ਕੀਤਾ। ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ 9ਵੀਂ ਜਿਹੜੀ ਮੱਦ ਆ ਉਸ ਦੇ ਵਿੱਚ ਆਪ ਲਿਖ ਕੇ ਦੇ ਦਿੱਤਾ। ਇਸ ਜਿਹੜਾ ਹਰਚੰਦ ਲੌਂਗੋਵਾਲ ਸੀ ਉਸ ਨੇ ਆਪ ਰਿਟਨ ਡਾਕੂਮੈਂਟ ਆ ਉਹ 9ਵੀਂ ਮੱਦ ਵੈਰੀ ਕਲੀਅਰਲੀ ਉਹਨੇ ਲਿਖ ਕੇ ਦਿੱਤਾ ਵੀ ਅਸੀਂ ਤੁਹਾਨੂੰ SYL ਪੱਟ ਕੇ ਦੇਵਾਂਗੇ ਵਿਸਾਖੀ 1986 ਤੱਕ। ਸੋ ਦਿਸ ਇਜ਼ ਦੀ ਟ੍ਰੈਜਡੀ ਜਿਹਦੇ ਵਿੱਚ ਬਿਟਰੇਲ ਜਿਹੜੀ ਹੋਈ ਆ ਟਾਈਮ ਐਂਡ ਅਗੇਨ ਪੰਜਾਬ ਦੀ ਲੀਡਰਸ਼ਿਪ ਨੇ ਕੀਤੀ। ਆਪ ਆਪਣੇ ਹੱਥ ਵਡਾਏ, ਆਪਣੀਆਂ ਆਉਣ ਵਾਲੀਆਂ ਜਿਨਸਾਂ ਦਾ ਜਿਹੜਾ ਫਿਊਚਰ ਉਹ ਤਬਾਹ ਕੀਤਾ। ਦਰਬਾਰਾ ਸਿੰਘ, ਹੁਣ ਕਾਂਗਰਸ ਵਾਲੇ ਪੁੱਛੋ ਤਾਂ ਇਹਨੂੰ ਦਰਬਾਰਾ ਸਿੰਘ ਦਾ ਜਿਹੜਾ ਐਗਰੀਮੈਂਟ ਹੈ ਉਹਦਾ ਕੀ ਮਤਲਬ? ਇਸੇ ਤਰੀਕੇ ਨਾਲ ਹੁਣ ਵੀ ਇਹ ਕਨਸਟੀਟਿਊਸ਼ਨਲ ਇਸ਼ੂ ਹੈ। ਇਸ ਕਨਸਟੀਟਿਊਸ਼ਨਲ ਇਸ਼ੂ ਨੂੰ ਕੋਈ ਲਾਇਰ ਜਿਹੜਾ ਵੀ ਮਤਲਬ ਕ੍ਰਿਮੀਨਲ ਕੇਸ ਕਰਦਾ ਜਾਂ ਸਿਵਲ ਕੇਸ ਕਰਦਾ ਉਹ ਨਹੀਂ ਸਮਝ ਸਕਦਾ ਇਸ ਨੂੰ। ਇਸ ਦੇ ਵਿੱਚ ਬਹੁਤ ਸਾਰੀ ਵੈਲਿਡਿਟੀ। ਹੁਣ ਕਿਸ ਤਰੀਕੇ ਦੇ ਨਾਲ ਤੁਹਾਨੂੰ ਮੈਂ ਇਹਦੀ ਕਹਾਣੀ ਪਿਛਲੀ ਦੱਸਦਾ। ਜਦੋਂ ਇਹ ਸਾਰੀ ਗੱਲ ਹੋਈ ਸ਼ੁਰੂ ਚ 1984 ਦੇ ਵਿੱਚ, ਤਾਂ ਉਸ ਵੇਲੇ ਲੋਕਾਂ ਨੇ, ਫਾਰਮਰਸ ਨੇ ਰਿਟ ਕੀਤੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 1984 ਦੇ ਵਿੱਚ। ਉਹਨਾਂ ਨੇ ਕਿਹਾ ਵੀ ਅਸੀਂ ਮਤਲਬ ਸਾਨੂੰ ਇਸ ਦੇ ਉੱਤੇ ਬੇਇਨਸਾਫੀ ਹੋਈ ਆ। ਤਾਂ ਉਸ ਵੇਲੇ ਚੀਫ ਜਸਟਿਸ ਸੀ ਪੰਜਾਬ ਦਾ SS ਸੰਧਾਵਾਲੀਆ। ਉਸ ਨੇ ਉਹਦੀ ਪ੍ਰੀਲਿਮਿਨਰੀ ਹੀਅਰਿੰਗ ਕੀਤੀ। ਉਸ ਤੋਂ ਬਾਅਦ ਉਹਨੇ ਕੰਸਟੀਟਿਊਟ ਕੀਤਾ ਬੈਂਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ, ਔਰ ਆਪ ਉਸ ਨੇ ਪ੍ਰੈਜ਼ਾਈਡਿੰਗ ਓਵਰ ਬਣਨਾ ਸੀ। ਉਸ 2 ਛੁੱਟੀਆਂ ਆ ਗਈਆਂ ਵਿੱਚ, 2 ਛੁੱਟੀਆਂ ਆਉਣ ਦੇ ਨਾਲ ਉਹਨੇ ਕਿਹਾ ਵੀ ਛੁੱਟੀਆਂ ਤੋਂ ਬਾਅਦ ਅਸੀਂ ਇਹਦੀ ਹੀਅਰਿੰਗ ਸ਼ੁਰੂ ਕਰਾਂਗੇ। ਉਹਨਾਂ 2 ਛੁੱਟੀਆਂ ਦੇ ਵਿੱਚ ਦੇਖੋ ਕੈਸੀ ਤਰਾਸਦੀ ਆ, ਦੇਖੋ ਕੈਸੀ ਟ੍ਰੈਜਡੀ ਆ, ਦੇਖੋ ਕੈਸੀ ਬਿਟਰੇਲ ਆ ਕਿ ਉਹਨਾਂ 2 ਛੁੱਟੀਆਂ ਵਿੱਚ SS ਸੰਧਾਵਾਲੀਆ ਦੀ ਟ੍ਰਾਂਸਫਰ ਕਰਤੀ ਪੰਜਾਬ ਦੇ ਵਿੱਚ। ਔਰ ਉਸ ਤੋਂ ਬਾਅਦ ਕੀ ਹੋਇਆ, ਉਸੇ ਦੌਰਾਨ ਦੇ ਵਿੱਚ ਜਿਹੜਾ ਅਟਾਰਨੀ ਜਨਰਲ ਸੀ ਪੰਜਾਬ ਇੰਡੀਆ ਦਾ, ਉਸ ਨੇ ਇੱਕ ਓਰਲ ਸਟੇਟਮੈਂਟ ਦਿੱਤੀ ਟੂ ਦੀ ਸੁਪਰੀਮ ਕੋਰਟ ਕਿ ਇਹ ਬਹੁਤ ਵੱਡਾ ਮਸਲਾ ਹੈ ਐਂਡ ਸੁਪਰੀਮ ਕੋਰਟ ਸ਼ੁੱਡ ਟੇਕ ਓਵਰ ਦਿਸ ਹੋਲ ਇਸ਼ੂ ਟੂ ਇਟਸੈਲਫ। ਵੀ ਸੁਪਰੀਮ ਕੋਰਟ ਇਹ ਸਾਰੇ ਦਾ ਸਾਰਾ ਜਿਹੜਾ ਝਗੜਾ ਹੈ, ਸਾਰੇ ਦਾ ਸਾਰਾ ਜਿਹੜਾ ਮਸਲਾ ਹੈ ਉਹ ਆਪਣੇ ਕੋਲ ਲੈ ਜਾਵੇ, ਉਸ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੱਥੋਂ ਖੋਹ ਲਿੱਤਾ ਜਾਵੇ, ਆਪਣੇ ਕੋਲ ਕੰਟਰੋਲ 'ਚ ਲੈ ਕੇ ਆਪ ਫੈਸਲਾ ਕੀਤਾ ਜਾਵੇ। ਦੇਖੋ ਕਿਹੜੀ ਜੁਡੀਸ਼ਰੀ, ਕਿਹੜਾ ਇਸ ਮੁਲਕ ਦਾ ਸਿਸਟਮ ਆ ਜਿਸ ਦੇ ਓਰਲ ਸਟੇਟਮੈਂਟ ਦੇ ਨਾਲ ਉਹ ਕੇਸ ਜਿਹੜਾ ਸੁਪਰੀਮ ਕੋਰਟ ਨੇ ਲੈ ਲਿਆ, ਅੱਜ ਤੱਕ ਉਸ ਦੇ ਉੱਤੇ ਕੋਈ ਫੈਸਲਾ ਨਹੀਂ ਕੀਤਾ। ਦੈਟ ਇਜ਼ ਸਟਿਲ ਪੈਂਡਿੰਗ। ਔਰ ਉਸ ਦੇ ਉੱਤੇ 2 ਚੀਜ਼ਾਂ ਹੋਰ ਮੜ ਦਿੱਤੀਆਂ, ਐਗਰੀਮੈਂਟ 1981 ਦਾ, ਇਸੇ ਤਰੀਕੇ ਦੇ ਨਾਲ ਆ ਜਿਹੜਾ ਰਾਜੀਵ ਲੌਂਗੋਵਾਲ ਅਕੋਰਡ। ਤੋ ਇਹ ਸਾਰੀ ਦੀ ਔਰ ਮੈਂ ਤੁਹਾਨੂੰ ਹੋਰ ਦੱਸਦਾ, ਮੈਂ ਇਸ ਕੇਸ ਦੇ ਵਿੱਚ ਡੇ 1 ਤੋਂ ਇਨਵੋਲਵਡ ਆ। SM ਸੀਕਰੀ ਇੰਡੀਆ ਦੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀ, ਉਹ ਪੰਜਾਬ ਦੇ ਰਹਿਣ ਵਾਲੇ ਸੀ। ਉਹਨਾਂ ਨੂੰ ਅਸੀਂ ਇਹ ਕੇਸ ਰੈਫਰ ਕੀਤਾ ਵੀ ਦੱਸੋ ਇਸ ਦੇ ਵਿੱਚ। ਉਹਨਾਂ ਨੇ ਕਲੀਅਰਲੀ ਲਿਖ ਕੇ ਦਿੱਤਾ, ਰਿਟਨ ਦਿੱਤਾ, ਉਹ ਰਿਟਨ ਮੇਰੇ ਕੋਲ ਆ, ਮੇਰੀ ਆਪਣੀ ਕਿਤਾਬ ਦੇ ਵਿੱਚ ਉਹ ਕੋਟ ਕੀਤਾ ਹੋਇਆ। ਉਹਨਾਂ ਨੇ ਕਿਹਾ ਵੀ ਇਹ ਪੰਜਾਬ ਦੇ ਅਧਿਕਾਰ ਖੇਤਰ ਦੇ ਵਿੱਚ ਹੋਏਗਾ, ਕੋਈ ਵੀ ਜਿਹੜਾ ਸੁਪਰੀਮ ਕੋਰਟ ਆ ਇਸ ਨੂੰ ਬਦਲ ਨਹੀਂ ਸਕਦਾ। ਪਰ ਬਦਕਿਸਮਤੀ ਇਹ ਹੈ ਕਿ ਸਾਡੇ ਆਪਣੇ ਲੀਡਰਾਂ ਨੇ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਕੱਢ ਕੇ ਐਗਰੀਮੈਂਟ ਦੇ ਪੱਲੇ ਪਾਤਾ, ਔਰ ਅੱਜ ਤੱਕ ਉਹ ਜਿਹੜੀਆਂ ਜੰਜੀਰਾਂ ਪੰਜਾਬ ਦੇ ਗਲ ਦੇ ਵਿੱਚ ਲਟਕ ਰਹੀਆਂ। ਬਹੁਤ ਵੱਡੀ ਬਿਟਰੇਲ। ਹੁਣ ਵੀ ਦੇਖੋ ਕੀ ਹੈ, ਆ ਪਿੱਛੇ ਜੇ ਨਾਰਥ ਇੰਡੀਅਨ ਜਿਹੜੀਆਂ ਸਟੇਟਸ ਆ ਉਹਨਾਂ ਦੀ ਮੀਟਿੰਗ ਹੁੰਦੀ ਹੈ, ਹੁਣੇ ਜਿਵੇਂ ਹੁਣ ਵੀ ਉਹ KT ਅੰਮ੍ਰਿਤਸਰ ਦੇ ਵਿੱਚ ਹੋਈ ਹੈ ਨਾ,
ਉਸ ਤੋਂ ਪਹਿਲਾਂ ਉੱਥੇ ਮੀਟਿੰਗ ਹੋਈ ਸੀ ਜੈਪੁਰ ਦੇ ਵਿੱਚ। ਤਾਂ ਪੰਜਾਬ ਸਾਰੇ ਚੀਫ ਮਿਨਿਸਟਰ ਗਏ, ਰਾਜਸਥਾਨ ਦਾ ਚੀਫ ਮਿਨਿਸਟਰ ਵੀ ਗਿਆ, ਮਤਲਬ ਯੂਟੀ ਦਾ ਜਿਹੜਾ ਗਵਰਨਰ ਆ ਉਹ ਵੀ ਗਿਆ, ਹੋਰ ਵੀ ਲੋਕ ਗਏ, ਹਰਿਆਣੇ ਦਾ ਚੀਫ ਮਿਨਿਸਟਰ ਵੀ ਗਿਆ। ਤਾਂ ਉੱਥੇ ਜਿਹੜੇ ਪੰਜਾਬ ਦੇ 2 ਮਿਨਿਸਟਰ ਗਏ, ਇੱਕ ਤਾਂ ਬੈਂਸ ਸੀ, ਉਸ ਵੇਲੇ ਇਰੀਗੇਸ਼ਨ ਮਿਨਿਸਟਰ ਸੀ, ਇੱਕ ਹਰਪਾਲ ਚੀਮਾ ਸੀ ਜਿਹੜਾ ਸੈਕੰਡ ਮਿਨਿਸਟਰ ਆ ਪੰਜਾਬ ਦੀ ਸਰਕਾਰ ਦੇ ਵਿੱਚ। ਉਹਨਾਂ ਦੋਨਾਂ ਨੇ ਕਿਹਾ ਕਿ ਟ੍ਰਿਬਿਊਨਲ ਨੂੰ ਦੇ ਦਿਓ, ਲਿਟਲ ਰਿਅਲਾਈਜ਼ਿੰਗ ਦੈਟ ਜਿਹੜਾ ਟ੍ਰਿਬਿਊਨਲ ਆ ਉਹਦੀ ਐਕਟ ਦੀ, ਜੇ ਤੁਸੀਂ ਉਹਨੂੰ ਦੇਖੋ ਨਾ, ਉਹਦੇ ਕੀ ਟਾਈਟਲ ਆ, ਇੰਟਰਸਟੇਟ ਵਾਟਰ ਡਿਸਪਿਊਟਸ ਟ੍ਰਿਬਿਊਨਲ ਐਕਟ ਹੈ। ਆਪ ਹੀ ਆਪਣੇ ਹੱਥ ਬਣਾਈ ਜਾਂਦੇ, ਜਾਂ ਜਾਣਬੁੱਝ ਕੇ ਬਣਾਉਂਦੇ ਆ ਜਾਂ ਕਿਸ ਤਰੀਕੇ ਨਾਲ ਬਣਾਉਂਦੇ ਆ। ਔਰ ਇਸੇ ਤਰੀਕੇ ਨਾਲ ਪੰਜਾਬ ਦਾ ਚੀਫ ਮਿਨਿਸਟਰ ਆ ਜਿਹੜੀ ਨਿਕਲੀ ਵੀ ਆ ਕੈਨਾਲ ਰਾਜਸਥਾਨ ਨੂੰ ਜਾਂਦੀ ਹੈ, ਉਹਨੂੰ ਕੰਕਰੀਟ ਕਰਕੇ ਉਹਨੂੰ, ਤਾਂ ਕਿ ਸੀਪੇਜ ਦਾ ਕੋਈ ਵੀ ਸਕੋਪ ਹੀ ਨਾ ਰਹੇ। ਤੋ ਇਹ ਸਾਰੇ ਦੀ ਸਾਰੀ ਸਾਡੇ ਲੋਕਾਂ ਦੀ। ਔਰ ਹੁਣ ਦੇਖ ਲਓ ਹਰਿਆਣੇ ਵਾਲੇ ਕੀ ਕਹਿ ਰਹੇ ਆ, ਇਹ ਔਰ ਇੱਕ ਬੂੰਦ ਨਾ ਪਾਣੀ ਦੀ। ਵਾਟ ਡੂ ਯੂ ਮੀਨ? ਤੂੰ ਇਹਦਾ ਬੂੰਦ ਦਾ ਮਤਲਬ ਤਾਂ ਦੱਸ ਭਲਿਆ ਲੋਕਾਂ, ਤੂੰ ਚੀਫ ਮਿਨਿਸਟਰ ਆ, ਕਿਹੜੇ ਕੰਸਟੀਟਿਊਸ਼ਨ, ਇਹ ਕੰਸਟੀਟਿਊਸ਼ਨਲ ਮਸਲਾ ਹੈ। ਇਸ ਦੀ ਮਤਲਬ ਕੰਸਟੀਟਿਊਸ਼ਨ ਦੀ ਗਹਿਰਾਈ ਦੇ ਵਿੱਚ ਜਾ ਕੇ ਕੋਈ ਸਟੇਟਮੈਂਟ ਦੇ, ਉਸ ਨੂੰ ਸਮਝ, ਪਹਿਲਾਂ ਸਹਿਜ 'ਚ ਬੈਠ ਕੇ ਉਹ ਸਾਰੀ ਸਮੱਸਿਆ ਨੂੰ ਸਮਝ, ਸਾਰੇ ਕੰਸਟੀਟਿਊਸ਼ਨ ਨੂੰ ਅੰਡਰਸਟੈਂਡ ਕਰ, ਔਰ ਆਪਣੇ ਜਿਹੜੇ ਜਿੰਨੇ ਵੀ ਤੇਰੇ ਰਿਪਰੈਜ਼ੈਂਟੇਟਿਵ ਆ, ਚਾਹੇ ਹਰਪਾਲ ਚੀਮਾ ਚਾਹੇ ਦੂਜਾ ਕੋਈ ਹੋਰ, ਉਹਨਾਂ ਨੂੰ ਸਮਝਾ ਕਿ ਇਸ ਦੀ ਗਹਿਰਾਈ ਤੱਕ ਕੰਸਟੀਟਿਊਸ਼ਨ ਲਈ ਤੁਸੀਂ ਜਾਓ, ਇੰਡੀਅਨ ਕੰਸਟੀਟਿਊਸ਼ਨ ਕੀ ਕਹਿੰਦਾ, ਔਰ ਦੂਸਰੇ ਪਾਸੇ ਜਿਹੜਾ ਇੰਟਰਸਟੇਟ ਵਾਟਰ ਡਿਸਪਿਊਟਸ ਟ੍ਰਿਬਿਊਨਲ ਐਕਟ ਹੈ ਉਹਦੀਆਂ ਕੀ ਇੰਪਲੀਕੇਸ਼ਨਸ ਹੈ। ਜਿਹੜਾ ਉਹ ਟ੍ਰਿਬਿਊਨਲ ਹੈ ਸਿਰਫ ਉਹਨਾਂ 2 ਮਤਲਬ ਜਿਹੜੇ ਇੰਟਰਸਟੇਟ ਰਿਵਰਸ ਆ ਉਹਨਾਂ ਤੇ ਲਾਗੂ ਹੋ ਸਕਦਾ, ਸਾਡੇ ਤੇ ਉਹ ਲਾਗੂ ਹੀ ਨਹੀਂ ਹੋ ਸਕਦਾ। ਲੇਕਿਨ ਬਦਕਿਸਮਤੀ ਦੇ ਨਾਲ ਇਹ ਸਾਡੇ ਜਿਹੜੇ ਲੀਡਰ ਆ ਹਰਚੰਦ ਲੌਂਗੋਵਾਲ, ਉਸਨੇ ਆਪ ਹੀ ਟ੍ਰਿਬਿਊਨਲ ਨੂੰ ਦੇਤਾ। ਔਰ ਇਸੇ ਤਰੀਕੇ ਨਾਲ ਆ ਜਿਹੜੇ 2 ਮਿਨਿਸਟਰ ਬੈਂਸ ਤੇ ਦੂਜਾ ਹਰਪਾਲ ਚੀਮਾ, ਉੱਥੇ ਜੈਪੁਰ ਦੇ ਵਿੱਚ ਕਹਿ ਕੇ ਆ ਗਏ ਟ੍ਰਿਬਿਊਨਲ ਨੂੰ ਦੇ ਦਿਓ। ਉਹ ਟ੍ਰਿਬਿਊਨਲ ਨੂੰ ਸਮਝ ਤਾਂ ਲਿਆ, ਮੈਨੂੰ ਪਤਾ ਲੱਗਿਆ ਦੋਨੇ ਲਾਇਰ ਆ, ਉਹਨੂੰ ਲਾਇਰ ਬੰਦਾ ਇਹ ਕਹੇ ਇੰਟਰਸਟੇਟ ਵਾਟਰ ਡਿਸਪਿਊਟਸ ਟ੍ਰਿਬਿਊਨਲ ਐਕਟ ਆ, ਭਲੇ ਲੋਕੋ। ਤੋ ਉਹ ਇਹ ਸਾਡੇ ਕੋਈ ਵੀ ਪਾਣੀ ਦੇ ਡਿਸਪਿਊਟ ਜਿਹੜੇ ਗਏ ਆ ਉਹ ਵੀ ਗੈਰ ਵਿਧਾਨਿਕ ਆ, ਉਹ ਵੀ ਸਾਡੇ ਹੱਥ ਵਡਾਏ ਗਏ ਆ, ਸਾਡੇ ਨਾਲ ਬਿਟਰੇਲ ਹੋਈ ਆ, ਸਾਡੇ ਨਾਲ ਬਹੁਤ ਵੱਡਾ ਧੋਖਾਧੜੀ ਹੋਈ ਆ, ਜਿਸ ਨੇ ਪੰਜਾਬ ਦਾ ਫਿਊਚਰ ਆ ਜਿਹੜਾ ਖਤਮ ਕਰ ਦਿੱਤਾ। ਜੇ ਪਾਣੀ ਆ ਤਾਂ ਪਾਣੀ ਦੇ ਨਾਲ ਜਿਹੜੀ ਪਨ ਬਿਜਲੀ ਵੀ ਜਾਂਦੀ ਆ, ਹਾਈਡਲ ਪਾਵਰ ਵੀ ਜਾਂਦੀ ਹੈ। ਜਿਸ ਰੇਸ਼ੋ ਨਾਲ ਪਾਣੀ ਜਾਏਗਾ ਪੰਜਾਬ ਦਾ, ਉਸੇ ਰੇਸ਼ੋ ਦੇ ਨਾਲ ਪਨ ਬਿਜਲੀ ਜਾਏਗੀ। ਹੁਣ ਤੁਸੀਂ ਦੇਖੋ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਝਗੜਾ ਚੱਲਦਾ, ਉਈਓ ਕਹੀ ਜਾਂਦੇ ਉੱਥੇ ਫਲਾਣਾ ਮੈਂਬਰ ਬਣਾ ਲਓ, ਉਹ ਤੁਸੀਂ ਪੜ੍ਹਤਾ ਲਓ ਭਲਿਓ ਲੋਕੋ, ਤੁਸੀਂ ਆਪ ਹੀ ਲਿਖ ਕੇ ਦਿੱਤਾ ਹੋਇਆ। ਤੁਸੀਂ ਜਿਹੜਾ ਵੀ ਵਾਟਰ ਡਿਸਪਿਊਟਸ ਟ੍ਰਿਬਿਊਨਲ ਐਕਟ ਜਿਹੜਾ ਹੈਗਾ ਉਹਦੇ ਤੇ ਤੁਸੀਂ ਹੈਂਡਓਵਰ ਕਰ ਦਿੱਤੇ, ਕਿਉਂਕਿ ਤੁਹਾਡਾ ਰਾਈਟ ਹੀ ਨਹੀਂ ਹੈ। ਕਲੌਜ਼ ਜਿਹੜੀ ਰੀਆਰਗੇਨਾਈਜੇਸ਼ਨ ਐਕਟ ਦੀ 80ਵੀਂ ਕਲੌਜ਼ ਆ, ਉਹਦੇ 'ਚ ਤੁਸੀਂ ਸਰੈਂਡਰ ਕਰਤਾ। ਔਰ ਦੂਸਰਾ, ਕੋਈ ਵੀ ਸੂਬਾ ਹਿੰਦੁਸਤਾਨ ਦਾ ਜਿਹੜਾ ਕਿ ਟੋਟਲੀ ਐਕਸਕਲੂਸਿਵਲੀ ਇੱਕ ਦਰਿਆ ਦੇ ਮਤਲਬ ਉਹ ਚੱਲਦਾ ਹੈਗਾ, ਆਪਣੇ ਸਿੰਗਲ ਸਟੇਟ ਰਿਵਰ ਆ, ਤਾਂ ਉਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਜਿੰਨੇ ਵੀ ਹਾਈਡਲ ਪ੍ਰੋਜੈਕਟ ਹੈਗੇ ਉਹਨਾਂ ਦੇ ਆਪਣੇ ਕੰਟਰੋਲ 'ਚ ਆ। ਤਾਜੇ ਵਾਲਾ ਹੈਗਾ ਹਰਿਆਣਾ ਦਾ, ਉਹਦੇ ਤੇ ਤੁਸੀਂ ਉਂਗਲੀ ਨਹੀਂ ਉਠਾ ਸਕਦੇ, ਉਹ ਟੋਟਲੀ 100% ਹਰਿਆਣਾ ਦੇ ਕੰਟਰੋਲ 'ਚ ਆ। ਤੋ ਇੱਥੇ ਮਤਲਬ ਸਾਡੇ ਜਿਹੜੇ ਹੱਥ ਵੱਡੇ ਵੇ ਆ, ਹੱਥ ਵਡਾਉਣ ਦੇ ਵਿੱਚ ਵੀ ਸਾਡੀ ਆਪਣੀ ਲੀਡਰਸ਼ਿਪ ਬੇਈਮਾਨ, ਕਮਜ਼ੋਰ ਔਰ ਬੜੀ ਮਤਲਬ ਸਵਾਰਥੀ, ਕਮੀਨੀ ਲੀਡਰਸ਼ਿਪ, ਆਈ ਵੁੱਡ ਸੇ ਦੈਟ। ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ, ਪਰ ਦੁੱਖ ਇਤਨਾ ਹੈ ਜਿਸ ਦੇ ਨਾਲ ਸਾਰੇ ਪੰਜਾਬ ਦਾ ਫਿਊਚਰ, ਚਾਹੇ ਐਗਰੀਕਲਚਰ ਆ ਚਾਹੇ ਤੁਹਾਡੀ ਇੰਡਸਟਰੀ ਆ, ਉਹ ਸਾਰੀ ਖਤਮ ਕਰਤੀ। ਹੁਣ ਪੰਜਾਬ ਦਾ ਜਿਹੜਾ ਅੰਡਰਗਰਾਊਂਡ ਵਾਟਰ ਆ ਉਹ ਵੀ ਖਤਮ ਹੋ ਚੁੱਕਿਆ, ਕਿਉਂਕਿ ਉਹਦੇ 'ਚ ਸੀਪੇਜ ਨਹੀਂ ਹੁੰਦੀ। ਸੀਪੇਜ ਜਿਹੜੀ ਹੁੰਦੀ ਆ ਉਹ ਨੈਚੁਰਲ ਪ੍ਰੋਸੈਸ ਆ, ਉਹ ਤੁਸੀਂ ਪਾਣੀ ਕੱਢ ਸਕਦੇ ਹੋ, ਡਰਾਅਲ ਆਫ ਵਾਟਰ ਹੋ ਸਕਦਾ ਹੈਗਾ, ਉਹ ਤਾਂ ਸਮਰਸੀਬਲ ਪੰਪਾਂ ਨਾਲ ਤੁਸੀਂ ਕੱਢੀ ਜਾਂਦੇ ਹੋ, ਪਰ ਸੀਪੇਜ ਤੁਸੀਂ ਨਹੀਂ ਕਰ ਸਕਦੇ। ਅੱਜ ਤੱਕ ਜਿਹੜੀ ਦੁਨੀਆ ਹੈ, ਜਿੰਨੀ ਟੈਕਨੋਲੋਜੀ ਐਡਵਾਂਸ ਹੋਈ ਆ, ਉਹ ਸੀਪੇਜ ਨਹੀਂ ਕਦੇ ਵੀ ਕਰ ਸਕੇ। ਉਹ ਨੇਚਰ ਦੇ ਆਪਣੇ ਹੱਥ ਵਿੱਚ ਕਿਸੇ ਜਗ੍ਹਾ ਡਿਪੈਂਡਸ ਔਨ ਦੀ ਕੁਆਲਿਟੀ ਆਫ ਜਿਹੜੀ ਲੈਂਡ ਹੈ, ਕਿਸੇ ਜਗ੍ਹਾ 10 ਸਾਲ 'ਚ ਹੁੰਦਾ, ਕਿਸੇ ਜਗ੍ਹਾ 50 ਸਾਲ 'ਚ ਹੁੰਦਾ, ਕਿਸੇ 200 ਸਾਲ 'ਚ ਹੁੰਦਾ, ਸਮਝੇ ਕਿ ਨਹੀਂ। ਜਿਸ ਤਰ੍ਹਾਂ ਹੁਣ ਹਰਿਆਣਾ, ਰਾਜਸਥਾਨ ਆ, ਉੱਥੇ ਦੀ ਜਿਹੜੀ ਧਰਤੀ ਦੇ ਹੇਠਾਂ ਪੱਥਰ ਆ, ਉੱਥੇ ਸੀਪੇਜ ਨੂੰ ਸਦੀਆਂ ਲੱਗਣਗੀਆਂ,
ਤੋ ਇੱਥੇ ਪੰਜਾਬ ਦਾ ਜਿਹੜਾ ਸਿਸਟਮ ਹੈ ਇਹਦੇ 'ਚ ਸੀਪੇਜ ਨੂੰ ਬਹੁਤ ਜਲਦੀ, ਕਿਉਂਕਿ ਧਰਤੀ ਦੀ ਕੁਆਲਿਟੀ ਕੁਦਰਤ ਨੇ ਇਸ ਕਿਸਮ ਦੀ ਬਣਾਈ ਹੋਈ ਹੈ। ਤੋ ਇਸ ਕਰਕੇ ਸਾਡੇ ਲਈ ਮਤਲਬ ਸਾਡੀ ਬਰਬਾਦੀ ਹੈ ਜਿਹੜੀ ਉਹ ਮਤਲਬ ਦੇ ਲਈ ਜ਼ਿੰਮੇਵਾਰ ਹੈ ਸਾਡੀ ਲੀਡਰਸ਼ਿਪ। ਜੇ ਇਮਾਨਦਾਰ ਸੁਚੱਜੀ ਲੀਡਰਸ਼ਿਪ ਹੁੰਦੀ ਤਾਂ ਇਸ ਕਿਸਮ ਦੀ ਬਿਟਰੇਲ ਨਹੀਂ ਸੀ ਹੋ ਸਕਦੀ। ਔਰ ਉਹਦੇ 'ਚ ਕੌਣ ਕਿੰਨਾ ਕੁ ਗੁਨਾਹਗਾਰ ਹੈ, ਕਿੰਨਾ ਕੁ ਮਤਲਬ ਉਹ ਜ਼ਿੰਮੇਵਾਰ ਹੈ, ਇਹ ਤਾਂ ਆਪੇ ਹੀ ਮਤਲਬ ਤੁਸੀਂ ਜੱਜ कर सकते हो कि ਕੀ ਹੋਇਆ ਕੀ नहीं। प्लीज प्लीज पंगा ले लिया यार मैंने बुला के सभी को यार। सर मैं मर गया यार, मैं मैंने दे दो दे दो